ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੇ ਨਾਲ ਜੁੜੀਆਂ ਖਾਸ ਅਪਡੇਟ। ਸਭ ਤੋਂ ਪਹਿਲਾਂ ਰੁਕ ਕਰਾਂਗੇ ਪੰਜਾਬ ਦੇ ਵਿੱਚ ਚਿੰਤਾਜਨਕ ਸਥਿਤੀ ਬਣੀ ਹੈ ਕਰੋਨਾ ਦੀ ਮਹਾਮਾਰੀ ਦੀ। ਕਿਹੋ ਜਿਹੇ ਹਾਲਾਤ ਨੇ, ਮੌਜੂਦਾ ਆંકੜੇ ਕੀ ਨੇ ਪੰਜਾਬ ਦੇ ਵਿੱਚੋਂ? ਸਭ ਤੋਂ ਪਹਿਲਾਂ ਸੁਰਿੰਦਰ ਡੱਲਾ ਹੋਣਾ ਤੋਂ ਆંકੜੇ ਜ਼ਰੂਰ ਸੁਣਦੇ ਹਾਂ। देखो, कल 15 मार्च ਨੂੰ ਵੀ ਗਗਨ ਪੰਜਾਬ 'ਚ 1843 ਕੇਸ ਆਏ ਨੇ ਪੋਜ਼ਿਟਿਵ। ਸੋ ਇਹ ਬਹੁਤ ਵੱਡੀ ਗਿਣਤੀ ਹੈ, ਇਹ ਛੋਟੀ ਗਿਣਤੀ ਨਹੀਂ ਹੈ ਗਗਨ। ਸਾਨੂੰ ਚਿੰਤਿਤ ਹੋਣ ਦੀ ਜ਼ਰੂਰਤ ਹੈ ਸਭ ਨੂੰ, ਪਰ ਚਿੰਤਿਤ ਹੋ ਕੇ ਅਸੀਂ ਸਾਵਧਾਨੀ ਵਰਤਣੀ ਹੈ। ਸਾਰਿਆਂ ਨੇ ਬਾਹਰ ਨਿਕਲਣ ਲੱਗੇ ਮਾਸਕ ਪਾਉਣੇ ਹੈ ਔਰ ਪੂਰੀਆਂ ਸਾਵਧਾਨੀਆਂ ਵਰਤਣੀਆਂ ਨੇ। ਕਿਸੇ ਨੂੰ ਖੰਘ ਹੈ, ਜ਼ੁਕਾਮ ਹੈ ਤਾਂ ਆਪਣਾ ਧਿਆਨ ਰੱਖੋ। ਲੁਧਿਆਣਾ 'ਚ 226 ਪੋਜ਼ਿਟਿਵ ਕੇਸ, ਜਲੰਧਰ 'ਚ 372, ਇਹ ਸਾਰੇ 15 ਮਾਰਚ ਦੇ ਨੇ। ਪਟਿਆਲਾ 'ਚ 121, ਮੋਹਾਲੀ 'ਚ 164, ਅੰਮ੍ਰਿਤਸਰ 'ਚ 147, ਗੁਰਦਾਸਪੁਰ 'ਚ 87, ਬਠਿੰਡਾ 'ਚ 34, ਹੁਸ਼ਿਆਰਪੁਰ 'ਚ 238, ਫਿਰੋਜ਼ਪੁਰ 'ਚ 11 ਪੋਜ਼ਿਟਿਵ ਕੇਸ, ਪਠਾਨਕੋਟ 'ਚ 13, ਸੰਗਰੂਰ 'ਚ 35 ਪੋਜ਼ਿਟਿਵ ਕੇਸ, ਕਪੂਰਥਲਾ 'ਚ 92 ਪੋਜ਼ਿਟਿਵ ਕੇਸ, ਫਰੀਦਕੋਟ 'ਚ 23 ਪੋਜ਼ਿਟਿਵ ਕੇਸ, ਮੁਕਤਸਰ 'ਚ 10, ਫਾਜ਼ਿਲਕਾ 'ਚ 1 ਪੋਜ਼ਿਟਿਵ ਕੇਸ, ਮੋਗਾ 'ਚ 26, ਰੋਪੜ 'ਚ 43, ਫਤਿਹਗੜ੍ਹ ਸਾਹਿਬ 13, ਬਰਨਾਲਾ 5, ਤਰਨਤਾਰਨ 6, ਸ਼ਹੀਦ ਭਗਤ ਸਿੰਘ ਨਗਰ 164 ਤੇ ਮਾਨਸਾ 'ਚ 12। ਸੋ ਇਹ 1843 ਜਿਹੜੇ ਨੇ ਕੇਸ ਪੋਜ਼ਿਟਿਵ ਇਹ ਜਿਹੜੇ ਆਏ ਨੇ। ਔਰ ਇਹਨਾਂ ਤੋਂ ਜ਼ਰੂਰ ਸਾਨੂੰ ਇਹ 15 ਮਾਰਚ ਦਾ ਜਿਹੜਾ ਹੈਗਾ ਇਹ ਅੰਕੜਾ ਹੈਗਾ ਔਰ ਜ਼ਰੂਰ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਤਾਂ ਕਿ ਇਹ ਕੇਸ ਨੇ ਜਿਹੜੇ ਨਾ ਵਧਣ। 1843 ਕੇਸ 15 ਨੂੰ ਆਏ ਨੇ ਔਰ 14 ਤਰੀਕ ਨੂੰ 1300 ਤੋਂ ਵੱਧ ਆਏ ਸੀ ਔਰ 15 ਨੂੰ 1843। ਸੋ ਲਗਭਗ 200 ਦਾ ਫਰਕ ਹੈ ਜਿਹੜਾ ਗਗਨ, ਕਰੀਬ 200 ਦਾ ਫਰਕ ਹੈ ਜਿਹੜਾ ਉਹ ਵੱਧ ਗਿਆ। ਸੋ ਬਹੁਤ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ। ਉਧਰ ਗਿੱਦੜਬਾਹਾ ਤੋਂ ਵਿਧਾਇਕ ਨੇ ਰਾਜਾ ਵੜਿੰਗ ਦੇ ਵੱਲੋਂ ਹੁਣ ਇੱਕ ਚਿੱਠੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਲਿਖੀ ਗਈ ਆ। ਹਰਦੀਪ ਪੁਰੀ ਨੂੰ ਲਿਖੀ ਇਸ ਚਿੱਠੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਕਾਰਵਾਈ ਦੀ ਮੰਗ ਰੱਖੀ ਹੈ ਰਾਜਾ ਵੜਿੰਗ ਦੇ ਵੱਲੋਂ। ਰਾਜਾ ਵੜਿੰਗ ਦੀ ਚਿੱਠੀ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਇਹ ਚਿੱਠੀ ਰਾਜਾ ਵੜਿੰਗ ਦੇ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਲਿਖੀ ਗਈ ਹੈ, ਜਿਸ ਦੇ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹਜੇ ਤੱਕ ਕੇਂਦਰੀ ਮੰਤਰੀ ਦੇ ਤੌਰ ਤੇ ਉੱਤੇ ਮਿਲਣ ਵਾਲੀ ਕੋਠੀ ਅਤੇ ਸੁਰੱਖਿਆ ਮਿਲੀ ਹੋਈ ਆ, ਜਿਸ ਨੂੰ ਹਜੇ ਤੱਕ ਵਾਪਸ ਨਹੀਂ ਲਿਆ ਗਿਆ ਤੇ ਉਸ ਨੂੰ ਵਾਪਸ ਕਰਵਾਉਣ ਦੇ ਲਈ ਕੋਈ ਵੀ ਨੋਟੀਫਿਕੇਸ਼ਨ ਕੀ ਹਜੇ ਤੱਕ ਨਹੀਂ ਕੀਤਾ ਗਿਆ। ਅਜਿਹੇ ਸਵਾਲ ਰਾਜਾ ਵੜਿੰਗ ਨੇ ਚੁੱਕੇ ਨੇ ਇਸ ਚਿੱਠੀ ਦੇ ਵਿੱਚ ਤੇ ਮੰਗ ਕੀਤੀ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਦਿੱਤੀਆਂ ਜਾ ਰਹੀਆਂ ਨਾ ਸਹੂਲਤਾਂ ਨੂੰ ਵਾਪਸ ਲਿਆ ਜਾਵੇ। ਤੇ ਉਧਰ ਇਸ ਚਿੱਠੀ ਦੇ ਵਿੱਚ ਰਾਜਾ ਵੜਿੰਗ ਨੇ ਹੋਰ ਵੀ ਜ਼ਿਕਰ ਕੀਤੇ ਨੇ, ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਕੁਝ ਮਹੀਨੇ ਪਹਿਲਾਂ ਤੁਸੀਂ ਪ੍ਰਿਯੰਕਾ ਗਾਂਧੀ ਦੇ ਕੋਲੋਂ ਵੀ ਇਹ ਕਹਿ ਕੇ ਬੰਗਲਾ ਖਾਲੀ ਕਰਵਾਇਆ ਸੀ ਕਿ ਉਹ ਸੇਵਾਵਾਂ ਨਹੀਂ ਲੈ ਸਕਦੀ ਅਤੇ ਪ੍ਰਿਯੰਕਾ ਗਾਂਧੀ ਨੇ ਸਰਕਾਰੀ ਘਰ ਖਾਲੀ ਵੀ ਕਰ ਦਿੱਤਾ ਸੀ, ਪਰ 6 ਮਹੀਨਿਆਂ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ। ਤੁਹਾਡੇ ਵਿਭਾਗ ਦੇ ਵੱਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲ ਰਹੀ ਸੁਰੱਖਿਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਨੂੰ ਮਿਲਿਆ ਹੋਇਆ ਬੰਗਲਾ ਖਾਲੀ ਕਰਵਾਉਣ ਦੇ ਲਈ ਕੀ ਹਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਇਸ ਨੂੰ ਲੈ ਕੇ ਉਹਨਾਂ ਨੇ ਚਿੱਠੀ ਲਿਖੀ ਹੈ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਕਿ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ। ਹਰਦੀਪ ਪੁਰੀ ਨੂੰ ਲਿਖੀ ਗਈ ਇਸ ਚਿੱਠੀ ਦੇ ਵਿੱਚ ਖਾਸ ਤੌਰ ਦੇ ਉੱਤੇ ਨਾ ਬੀਬਾ ਹਰਸਿਮਰਤ ਕੌਰ ਬਾਦਲ ਦਾ ਜ਼ਿਕਰ ਜ਼ਰੂਰ ਕੀਤਾ ਹੈ। ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਐਕਸ਼ਨ ਜ਼ਰੂਰ ਲਵੋਗੇ ਤੇ ਆਪਣੇ ਘਰ ਦੇ ਬਾਹਰ ਪ੍ਰਦਰਸ਼ਨ ਲਈ ਮੈਨੂੰ ਮਜਬੂਰ ਨਹੀਂ ਕਰੋਗੇ। ਭਾਵ ਕਿ ਉਹਨਾਂ ਨੇ ਹੁਣ ਇਹ ਵੀ ਕਹਿ ਦਿੱਤਾ ਹੈ ਕਿ ਜੇਕਰ ਕੋਈ ਐਕਸ਼ਨ ਇਸ ਚਿੱਠੀ ਤੋਂ ਬਾਅਦ ਨਾ ਕੀਤਾ ਗਿਆ ਤਾਂ 15 ਦਿਨ ਤੋਂ ਬਾਅਦ ਉਹਨਾਂ ਦੇ ਵੱਲੋਂ ਹਰਦੀਪ ਪੁਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਸੋ ਇਹ ਮਾਮਲਾ ਵੀ ਹੁਣ ਲਗਾਤਾਰ ਸਿਆਸੀ ਹੁੰਦਾ ਜਾ ਰਿਹਾ। ਇਸ ਮਾਮਲੇ ਦੇ ਉੱਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੋਣਾ ਦਾ ਵੀ ਪੱਖ ਜਾਣਾਂਗੇ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਜਿਹੜੀ ਇਹ ਚਿੱਠੀ ਹੁਣ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਰਾਜਾ ਵੜਿੰਗ ਨੇ ਲਿਖੀ ਹੈ? ਦੇਖੋ, ਚਿੱਠੀ ਮੇਰੇ ਕੋਲੇ ਹੈ। ਇਹ ਰਾਜਾ ਵੜਿੰਗ ਨੇ ਅੰਗਰੇਜ਼ੀ 'ਚ ਚਿੱਠੀ ਲਿਖੀ ਹੈ। ਅੰਗਰੇਜ਼ੀ ਚੰਗੀ ਹੈ ਰਾਜਾ ਵੜਿੰਗ ਦੀ। ਚਿੱਠੀ ਪੜ੍ਹ ਕੇ ਤਾਂ ਮੈਂ ਮੰਨ ਸਕਦਾ ਕਿ ਰਾਜਾ ਵੜਿੰਗ ਉਹਨਾਂ ਦੀ ਅੰਗਰੇਜ਼ੀ ਬੜੀ ਚੰਗੀ ਹੈ। ਗਿੱਦੜਬਾਹਾ ਦੇ MLA ਹੈ ਅਮਰਿੰਦਰ ਸਿੰਘ ਰਾਜਾ ਵੜਿੰਗ। ਸੋ ਇਹਨਾਂ ਨੇ ਲਿਖੀ ਹੈ, ਭਾਰਤ ਸਰਕਾਰ ਨੂੰ ਕਾਪੀ ਭੇਜੀ ਹੈ। ਯੂਨੀਅਨ ਮਿਨਿਸਟਰ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਹਰਦੀਪ ਪੁਰੀ ਸਾਹਿਬ। ਸੋ ਉਹਨਾਂ ਨੂੰ ਇਹ ਚਿੱਠੀ ਭੇਜੀ ਹੈ। ਜੈ ਹਿੰਦ ਲਿਖ ਕੇ ਉਹਨਾਂ ਨੇ ਆਪਣੇ ਸ਼ਬਦ ਸ਼ੁਰੂ ਕੀਤੇ ਨੇ ਔਰ ਰਾਜਾ ਵੜਿੰਗ ਨੇ ਇਹ ਕਿਹਾ ਕਿ ਹਰਦੀਪ ਪੁਰੀ ਸਾਹਿਬ ਲਗਭਗ 6 ਮਹੀਨੇ ਹੋ ਗਏ ਨੇ, ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਤੁਹਾਡੇ ਨਾਲ ਅਲਾਇੰਸ ਵੀ ਉਹਨਾਂ ਦੇ ਅਕਾਲੀ ਦਲ ਨੇ ਤੋੜ ਲਿਆ ਸੀ, ਪਰ ਹਜੇ ਤੱਕ ਕੋਠੀ ਕਿਉਂ ਨਹੀਂ ਖਾਲੀ ਕਰਾਈ ਗਈ ਹਰਸਿਮਰਤ ਕੌਰ ਬਾਦਲ ਦੀ ਤੇ ਉਹਨਾਂ ਨੂੰ ਸਿਕਿਉਰਿਟੀ, ਬੰਗਲਾ ਤੇ ਫੈਸਿਲਿਟੀਆਂ ਨੇ ਜਿਹੜੀਆਂ ਉਹ ਯੂਨੀਅਨ ਕੈਬਨਿਟ ਮਿਨਿਸਟਰ ਦੀਆਂ ਉਹ ਮਿਲ ਰਹੀਆਂ ਨੇ। ਇਹ ਰਾਜਾ ਵੜਿੰਗ ਨੇ ਕਿਹਾ। ਹਾਲਾਂਕਿ ਇਹ ਪਤਾ ਨਹੀਂ ਵੀ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਮੰਤਰੀ ਦੀਆਂ ਸਹੂਲਤਾਂ ਹੁਣ ਮਿਲ ਰਹੀਆਂ ਨੇ ਜਾਂ ਉਹ ਰੁਕ ਗਈਆਂ ਆਪਣੇ ਆਪ।
ਕਿ ਕੋਠੀ ਹਰਸਿਮਰਤ ਬਾਦਲ ਨੇ ਛੱਡਤੀ ਜਾਂ ਨਹੀਂ ਛੱਡਤੀ, ਇਹ ਨਹੀਂ ਪਤਾ। ਇਹ ਤਾਂ ਹਰਸਿਮਰਤ ਕੌਰ ਬਾਦਲ ਜਦੋਂ ਦੱਸਣਗੇ ਫੇਰ ਹੀ ਪਤਾ ਲੱਗੂਗਾ ਨਾ ਵੀ ਕੋਠੀ ਉਹਨਾਂ ਕੋਲੇ ਹੈ ਜਾਂ ਨਹੀਂ ਹੈ, ਕਿਉਂਕਿ ਆਪਾਂ ਕਿਹੜਾ ਉੱਥੇ ਜਾ ਕੇ ਦੇਖਦੇ ਹਾਂ ਵੀ ਕੀ ਅਕਾਲੀ ਦਲ ਵਾਲੇ ਰਹਿੰਦੇ ਆ ਜਾਂ ਨਹੀਂ ਰਹਿੰਦੇ। ਹੁਣ ਰਾਜਾ ਵੜਿੰਗ ਨੇ ਚਿੱਠੀ ਲਿਖੀ ਹੈ, ਰਾਜਾ ਵੜਿੰਗ ਨੇ ਆਪਣੇ ਹਿਸਾਬ ਦੇ ਨਾਲ ਪੁੱਛ ਪੜਤਾਲ ਕੀਤੀ ਹੋਣੀ ਹੈ, ਪਰ ਸਰਕਾਰ ਦਾ ਵੀ ਜਵਾਬ ਕੋਈ ਨਹੀਂ ਆਇਆ। ਦੇਖੋ, ਜੇ ਤਾਂ ਕੋਠੀ ਨਹੀਂ ਛੱਡੀ, 6 ਮਹੀਨੇ ਹੋ ਗਏ, ਜੇ ਤਾਂ ਨਿਜਮ ਨੇ ਫਿਰ ਤਾਂ ਚਾਹੇ 2 ਸਾਲ ਰੱਖਣ, ਪਰ ਗੱਲ ਨੈਤਿਕਤਾ ਤੇ ਠੀਕ ਨਹੀਂ ਟੁੱਕਦੀ। ਕਿਉਂਕਿ ਮੈਂ ਅੱਗੇ ਵੀ ਕਿਹਾ, ਅਕਾਲੀ ਦਲ ਵਾਲੇ ਤਾਂ ਕਹਿੰਦੇ ਹਰਸਿਮਰਤ ਕੌਰ ਬਾਦਲ ਨੇ ਕੁਰਬਾਨੀ ਦੇਤੀ ਅਸਤੀਫਾ ਦੇ ਕੇ, ਤੇ ਜੇ ਕੋਠੀ ਨਾ ਛੱਡੀ ਤੇ ਸਰਕਾਰ ਦਾ ਵਿਰੋਧ ਕਰਨਾ, ਖੇਤੀ ਕਾਨੂੰਨਾਂ ਦਾ ਵਿਰੋਧ ਕਰਨਾ ਤੇ ਕੋਠੀ ਸਰਕਾਰੀ ਚ ਰਹਿਣਾ, ਥੋੜੀ ਜਿਹੀ ਨੈਤਿਕਤਾ ਦੀ ਗੱਲ ਆ ਜਾਂਦੀ ਹੈ। ਗੈਰ ਕਾਨੂੰਨੀ ਕੁਛ ਨਹੀਂ ਇਹਦੇ ਚ, ਨੈਤਿਕਤਾ ਦੀ ਗੱਲ ਆ ਜਾਂਦੀ ਆ। ਉਂਝ ਗਗਨ ਸਾਡੇ ਲੀਡਰ ਉਨੀ ਦੇਰ ਕੋਠੀਆਂ ਛੱਡਦੇ ਨਹੀਂ ਕਈ, ਜਿੰਨੀ ਦੇਰ ਉਹਨਾਂ ਨੂੰ ਕਈ ਵਾਰੀ ਨੋਟਿਸ ਨਹੀਂ ਚਲੇ ਜਾਂਦੇ। ਜੀ ਡੇਲਾ ਸਾਹਿਬ, ਬਹੁਤ ਬਹੁਤ ਧੰਨਵਾਦ ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਤੇ ਉਧਰ ਰੁਕ ਕਰਾਂਗੇ ਭਗਵੰਤ ਮਾਨ ਦੇ ਵੱਲ। ਭਗਵੰਤ ਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ, ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ਦੇ ਉੱਤੇ ਰੱਖਿਆ ਹੈ ਤੇ 21 ਮਾਰਚ ਨੂੰ ਹੋਣ ਵਾਲੀ ਉਹਨਾਂ ਦੀ ਬਾਗਾ ਪੁਰਾਣਾ ਦੇ ਵਿੱਚ ਵੱਡੀ ਕਿਸਾਨ ਰੈਲੀ ਨੂੰ ਕਿਹਾ ਹੈ ਕਿ ਇਸ ਦੇ ਵਿੱਚ ਉਹ ਪੰਜਾਬੀਆਂ ਦਾ ਰੋਹ ਵਿਖਾਉਣਗੇ ਅਤੇ ਪੰਜਾਬੀਆਂ ਦਾ ਇਕੱਠ ਵਿਖਾਉਣਗੇ। ਤੇ ਨਾਲ ਹੀ ਭਗਵੰਤ ਮਾਨ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਪੰਜਾਬੀ ਹੋਵੇਗਾ। ਹੋਰ ਕੀ ਕੁਝ ਭਗਵੰਤ ਮਾਨ ਨੇ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ, ਉਹ ਸੁਣਦੇ ਹਾਂ। ਬਾਗਾ ਪੁਰਾਣਾ ਦੇ ਵਿੱਚ 21 ਮਾਰਚ ਨੂੰ ਕਿਸਾਨ ਮਹਾ ਸੰਮੇਲਨ ਕਰਨ ਜਾ ਰਹੇ ਹਾਂ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਬਾਗਾ ਪੁਰਾਣਾ ਵਿਖੇ ਪਹੁੰਚਣਗੇ। ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਤੇ ਸਾਡੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ, ਉਹ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚ ਰਹੇ ਨੇ। ਉਹਨਾਂ ਦੇ ਪਹੁੰਚਣ ਦੇ 2 ਵੱਡੇ ਫਾਇਦੇ ਹੋ ਜਾਂਦੇ ਆ। ਇੱਕ ਤਾਂ ਸਾਰਾ ਮੀਡੀਆ ਜਿਹੜਾ ਉਹ ਨਾਲ ਆਉਂਦਾ ਉਹਨਾਂ ਦੇ, ਔਰ ਉਹਨਾਂ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਜਾਂਦਾ। ਤੇ ਦੂਜਾ, ਜਦੋਂ ਵੀ ਅਰਵਿੰਦ ਕੇਜਰੀਵਾਲ ਕੁਝ ਬੋਲਦੇ ਨੇ ਤਾਂ ਨਰਿੰਦਰ ਮੋਦੀ ਜ਼ਰੂਰ ਸੁਣਦੇ ਆ, ਹੋਰ ਕਿਸੇ ਨੂੰ ਸੁਣਨ ਨਾ ਸੁਣਨ, ਉਹ ਅਰਵਿੰਦ ਕੇਜਰੀਵਾਲ ਨੂੰ ਜ਼ਰੂਰ ਸੁਣਦੇ ਆ, ਕਿਉਂਕਿ ਇੱਕ ਅਰਵਿੰਦ ਕੇਜਰੀਵਾਲ ਹੀ ਐਸਾ ਵਿਅਕਤੀ ਹੈ ਜਿਹਨੇ 3 ਵਾਰੀ ਮੋਦੀ ਨੂੰ ਦਿੱਲੀ ਦੇ ਵਿੱਚ ਹਰਾਇਆ ਹੋਇਆ। ਇਸ ਕਰਕੇ ਉਹਨਾਂ ਦੀ ਗੱਲ ਨੂੰ ਉਹ ਸੁਣਦੇ ਹੈ। ਸੋ ਅਸੀਂ ਉਹਨਾਂ ਦੇ ਕੰਨਾਂ ਤੱਕ ਗੱਲ ਪਹੁੰਚਾਵਾਂਗੇ, ਔਰ ਉਹਦੇ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਵੀ ਜਾ ਰਹੇ ਹਾਂ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਤੁਹਾਡੇ ਕੋਲੇ ਆਈਆਂ ਹੋਣੀਆਂ ਰਿਪੋਰਟਾਂ। ਮੈਂ ਜੈਤੋਂ ਦੇ ਪਿੰਡਾਂ 'ਚ, ਕੋਟਕਪੂਰੇ ਦੇ ਪਿੰਡਾਂ 'ਚ, ਬਾਗੇ ਪੁਰਾਣੇ ਦੇ, ਨਿਹਾਲ ਸਿੰਘ ਵਾਲੇ ਦੇ, ਔਰ ਮਾਨਸਾ ਦੇ ਸਰਦੂਲਗੜ੍ਹ ਦੇ ਪਿੰਡਾਂ 'ਚ ਜਾ ਕੇ ਆਇਆ। ਬਹੁਤ ਭਾਰੀ ਗਿਣਤੀ 'ਚ ਲੋਕ ਇੱਕ 24 ਘੰਟਿਆਂ ਦੇ ਨੋਟਿਸ ਤੇ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ ਆਪ ਮੁਹਾਰੇ। ਇੱਥੋਂ ਇਹ ਸੰਕੇਤ ਹੈ ਕਿ ਲੋਕ ਜਿਹੜੇ ਇਹਨਾਂ ਦੋਨਾਂ ਤੋਂ ਅੱਕੇ ਪਏ ਨੇ। ਇੱਕ ਇਹੋ ਜਿਹੇ ਮਾਹੌਲ 'ਚ ਜਦੋਂ ਲੋਕ ਜਿਹੜੇ ਨੇ ਉਹ ਲੀਡਰਾਂ ਨੂੰ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਵੜਨ ਤੋਂ ਰੋਕ ਰਹੇ ਨੇ, ਇਤਰਾਜ਼ ਕਰ ਰਹੇ ਨੇ ਉਹਨਾਂ ਦੇ ਆਉਣ ਤੇ ਉੱਥੇ 24 ਘੰਟਿਆਂ ਦੇ ਨੋਟਿਸ ਤੇ ਇੰਨੇ ਵੱਡੇ ਇਕੱਠ ਹੋਣ ਦਾ ਮਤਲਬ ਹੈ ਕਿ ਲੋਕ ਆਮ ਆਦਮੀ ਪਾਰਟੀ ਤੋਂ ਕੋਈ ਉਮੀਦ ਰੱਖਦੇ ਨੇ, ਕੁਝ ਨਵੀਂ ਕਹਾਣੀ ਲਿਖਣ ਦੀ ਜਿਹੜੀ ਹੈ ਉਹਨਾਂ ਦੀ ਉਮੀਦ ਹੈਗੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਤੇ 2 ਦਿਨਾਂ ਦੇ ਵਿੱਚ ਆਪਣੇ 2022 ਦੇ 2 ਉਮੀਦਵਾਰ ਚਿਹਰੇ ਐਲਾਨ ਦਿੱਤੇ ਨੇ, ਜਿਸ ਦੇ ਵਿੱਚੋਂ ਇੱਕ ਸੁਖਵੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ ਐਲਾਨਿਆ ਜਾ ਚੁੱਕਿਆ, ਜਿਸ ਨੂੰ ਸੁਖਵੀਰ ਸਿੰਘ ਬਾਦਲ ਨੇ ਖੁਦ ਇੱਕ ਵੱਡੀ ਮਹਾਰੈਲੀ ਦੇ ਵਿੱਚ ਐਲਾਨਿਆ। ਤੇ ਉਸ ਤੋਂ ਬਾਅਦ ਲੰਬੇ ਸਮੇਂ ਤੋਂ ਰੇੜਕੇ ਦੇ ਵਿੱਚ ਚੱਲ ਰਹੀ ਸੀਟ ਦੇ ਉੱਤੇ ਵੀ, ਖੇਮਕਰਨ ਸੀਟ ਦੇ ਉੱਤੇ ਵੀ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਹੈ ਕਿ ਵਿਰਸਾ ਸਿੰਘ ਵਲਟੋਹਾ ਉੱਥੋਂ ਉਹਨਾਂ ਦੇ ਉਮੀਦਵਾਰ ਹੋਣਗੇ। ਇਸ ਨੂੰ ਲੈ ਕੇ ਹੁਣ ਸਿਆਸੀ ਬਿਆਨ ਵੀ, ਸਿਆਸੀ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਨੇ, ਜਿਨ੍ਹਾਂ ਨੇ ਅਕਾਲੀ ਦਲ ਨੂੰ ਘੇਰਨਾ ਸ਼ੁਰੂ ਕੀਤਾ। ਪਹਿਲਾਂ ਸੁਖਵੀਰ ਸਿੰਘ ਬਾਦਲ ਦਾ ਉਹ ਅੰਸ਼ ਸੁਣਾਉਂਦੇ ਆ ਵੀਡੀਓ ਦਾ, ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਵਿਧਾਇਕ ਦੇ ਤੌਰ ਦੇ ਉੱਤੇ ਉਮੀਦਵਾਰ ਐਲਾਨਿਆ। ਉਹਨਾਂ ਦਾ ਕਹਿਣਾ ਹੈ ਕਿ ਖੇਮਕਰਨ ਤੋਂ ਉਹਨਾਂ ਦੇ MLA ਦੇ ਉਮੀਦਵਾਰ ਹੋਣਗੇ ਵਿਰਸਾ ਸਿੰਘ ਵਲਟੋਹਾ। ਅੱਛਾ, ਇੱਕ ਦੱਸਿਓ ਮੈਨੂੰ ਇੱਕ ਗੱਲ ਦੱਸਿਓ ਯਾਰ, ਇੱਕ ਮਿੰਟ। ਖੇਮਕਰਨ ਹਲਕੇ ਦਾ ਆਉਣ ਵਾਲੇ ਇਲੈਕਸ਼ਨ 'ਚ ਲੜਨ ਵਾਸਤੇ ਕਿਹੜਾ ਉਮੀਦਵਾਰ ਤੁਹਾਨੂੰ ਚਾਹੀਦਾ? ਆਵਾਜ਼ ਨਹੀਂ ਆ ਰਹੀ। ਨਹੀਂ ਯਾਰ, ਮੈਨੂੰ ਹੋਰ ਕੋਈ ਸਮਝੀ ਜਾਂਦਾ। ਮੈਂ ਗੌਰਵ ਤਾਂ ਨਹੀਂ। ਅੱਜ ਆਪਣੀ ਪੰਜਾਬ ਮੰਗ ਦਾ ਜਵਾਬ ਦੀ ਦੂਜੀ ਰੈਲੀ ਹੈ। ਪਹਿਲਾ ਉਮੀਦਵਾਰ ਤਾਂ ਮੈਂ ਆਪਣੇ ਆਪ ਨੂੰ ਹੀ ਕਰਤਾ ਸੀ। तो ਅੱਜ मैं ऐलान करदा कि आने वाली इलेक्शन विच खेमकरण तो श्रोमणी अकाली दल दा उम्मीदवार विरसा सिंह वलटोहा
ਤੁਹਾਡਾ ਧੜਾ ਸ਼੍ਰੋਮਣੀ ਅਕਾਲੀ ਦਲ ਹੈ, ਤੁਹਾਡੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਅੱਜ ਜੋ ਤੁਹਾਨੂੰ ਤਾਕਤ ਮਿਲੀ ਹੈ, ਜੋ ਤੁਹਾਡੀ ਚੌਧਰ ਬਣੀ ਹੈ, ਜੇ ਤੁਹਾਨੂੰ ਮਾਣ ਦਿੱਤਾ ਹੈ, ਜੇ ਅੱਜ ਤੁਸੀਂ ਸਟੇਜਾਂ ਤੇ ਬੈਠੇ ਹੋ, ਸ਼੍ਰੋਮਣੀ ਅਕਾਲੀ ਦਲ ਕਰਕੇ ਬੈਠੇ ਹੋ। ਸ਼੍ਰੋਮਣੀ ਅਕਾਲੀ ਦਲ ਅੱਜ ਆ ਬੈਠੇ ਇਹਨਾਂ ਦੀ ਜਾਇਦਾਦ ਹੈ। ਆ ਜ਼ਿੰਮੇਵਾਰੀ ਆਪਣੀਆਂ ਸੰਭਾਲਣ ਦੀ ਜਾਇਦਾਦ, ਆਪਣਾ ਫਰਜ਼ ਹੈ ਕਿ ਪੰਜਾਬ ਵਿੱਚ ਤਰੱਕੀ ਲਿਆਉਣੀ। ਗੁਰੂ ਸਾਹਿਬ ਨੇ ਆਪਾਂ ਨੂੰ ਕਿਉਂ ਆਦੇਸ਼ ਦਿੱਤਾ ਸੀ? ਮੀਰੀ ਪੀਰੀ ਦਾ ਆਦੇਸ਼ ਕਿਉਂ ਦਿੱਤਾ ਸੀ? ਕਿਉਂਕਿ ਪਤਾ ਸੀ ਕਿ ਕੌਮ ਉਹ ਅੱਗੇ ਵਧਦੀ ਹੈ ਜਿਹਦੇ ਕੋਲੇ ਸਿਆਸੀ ਤਾਕਤ ਵੀ ਹੋਏ। ਸਿਆਸੀ ਤਾਕਤ ਲਿਆਉਣੀ ਬਹੁਤ ਜ਼ਰੂਰੀ ਹੈ, ਤਾਂ ਹੀ ਆਪਣੀ ਕੌਮ ਦੀ ਤਰੱਕੀ ਹੋਊਗੀ, ਤਾਂ ਹੀ ਪੰਜਾਬ ਦੀ ਤਰੱਕੀ ਹੋਊਗੀ। ਇਸ ਕਰਕੇ ਹੁਣ ਧੜੇਬੰਦੀ ਛੱਡ ਦਿਓ। ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਫੈਸਲਾ ਕਰੇ ਉਹਨੂੰ ਮੰਨਣਾ, ਹੋਰ ਕਿਸੇ ਨੂੰ ਨਹੀਂ ਮੰਨਣਾ। ਜੇ ਸ਼੍ਰੋਮਣੀ ਅਕਾਲੀ ਦਲ ਤਗੜਾ, ਆਪਾਂ ਤਗੜੇ, ਪੰਜਾਬ ਤਗੜਾ ਹੈ। ਉਧਰ ਅਕਾਲੀ ਦਲ ਦੇ ਵੱਲੋਂ 2 ਦਿਨਾਂ ਦੇ ਵਿੱਚ ਕੀਤੀ ਗਈ ਇਸ ਵੱਡੀ ਕਾਰਵਾਈ ਦੇ ਉੱਤੇ ਕਾਂਗਰਸ ਦੇ ਵਿਧਾਇਕ ਅਤੇ ਸੰਸਦ ਦੋਹਾਂ ਦੇ ਵੱਲੋਂ ਪ੍ਰਤੀਕਰਮ ਆਇਆ। ਕਾਂਗਰਸ ਦੇ ਵਿਧਾਇਕ ਨੇ ਕੁਲਵੀਰ ਜੀਰਾ ਅਤੇ ਅੰਮ੍ਰਿਤਸਰ ਤੋਂ ਸੰਸਦ ਨੇ ਗੁਰਜੀਤ ਔਜਲਾ, ਦੋਹਾਂ ਦੇ ਵੱਲੋਂ ਅਕਾਲੀ ਦਲ ਨੂੰ ਘੇਰਿਆ ਗਿਆ। ਕੀ ਕੁਝ ਕਹਿ ਰਹੇ ਨੇ ਵਿਧਾਇਕ ਅਤੇ ਸੰਸਦ, ਉਹ ਸੁਣਦੇ ਆ। ਅੱਜ ਸੁਖਬੀਰ ਬਾਦਲ ਜੀ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਬਲਟੋਏ ਵਿੱਚ ਟਿਕਟ ਦਾ, ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਆਪਣੀ ਜਲਾਲਾਬਾਦ ਟਿਕਟ ਦਾ ਐਲਾਨ ਕੀਤਾ ਹੈ, ਮੇਰਾ ਮੰਨਣਾ ਹੈ ਕਿ ਜਿਹੜਾ ਅਕਾਲੀ ਦਲ ਹੈ ਇਹ ਤਕਰੀਬਨ ਖੇਰੂ ਹੋ ਚੁੱਕਾ। ਅੱਜ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ, ਇੱਕ ਬਿਕਰਮ ਮਜੀਠੀਆ ਅਕਾਲੀ ਦਲ ਹੋ ਗਿਆ, ਇੱਕ ਬਾਦਲ ਅਕਾਲੀ ਦਲ ਹੋ ਗਿਆ। ਸੋ 2 ਧੜਿਆਂ 'ਚ ਅਕਾਲੀ ਦਲ ਵੰਡਿਆ ਹੈ ਔਰ ਉਸ ਤੋਂ ਗਾਹ ਅੱਗੇ ਵੱਡੇ ਹੋਰ ਧੜੇ ਬਣ ਜਾ ਰਹੇ ਨੇ। ਕਿਤੇ ਕੋਈ ਕਾਲੋਂ ਦਾ ਬੇਟਾ ਹੈ ਉਹ ਆਪਣੀ ਟਿਕਟ ਅਨਾਉਂਸ ਕਰ ਰਿਹਾ ਆ, ਲੋਧੀ ਨੰਗਲ ਆਪਣੀ ਕਰ ਰਿਹਾ। ਇੱਦਾਂ ਅਨੇਕਾਂ ਜਗ੍ਹਾ ਦੇ ਉੱਤੇ ਟਿਕਟਾਂ ਜਿਹੜੀਆਂ ਨੇ ਇਹ ਆਪਣੀਆਂ ਅਨਾਉਂਸ ਕਰ ਰਹੀਆਂ ਨੇ, ਕਿਉਂਕਿ ਇਹਨਾਂ ਦੀ ਅੰਦਰੂਨੀ ਤੌਰ ਤੇ ਕੋਈ ਆਪਸੀ ਤਾਲਮੇਲ ਨਹੀਂ ਹੈਗਾ, ਕੋਈ ਕੋਰ ਕਮੇਟੀ ਦੀ ਗੱਲ ਨਹੀਂ ਹੈਗੀ। ਸੋ ਇੱਥੋਂ ਇਹ ਬੜਾ ਸਿੱਧ ਹੋ ਗਿਆ ਕਿ ਪੰਜਾਬ ਦੇ ਵਿੱਚੋਂ ਅਕਾਲੀ ਦਲ ਦਾ ਜਿਹੜਾ ਵਾ ਉਹ ਪੂਰਨ ਤੌਰ ਤੇ ਸਫਾਇਆ ਹੋਣ ਜਾ ਰਿਹਾ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਗੱਲ ਚੱਲ ਰਹੀ ਸੀ ਕਾਂਗਰਸ ਪਾਰਟੀ 'ਚ ਆਉਂਦੀ, ਜਿਹੜਾ ਵੀ ਕੋਈ ਗੱਲਬਾਤ ਕਰਨੀ ਚਾਹੁੰਦਾ ਉਹ ਸੀਨੀਅਰ ਕਾਂਗਰਸ ਬੈਠੀ ਹੈ, ਉਹਨਾਂ ਨਾਲ ਆਪਸਾ ਗੱਲਬਾਤ ਹੋਏਗੀ, ਉਹਨਾਂ ਨੇ ਕੋਈ ਇਹੋ ਜਿਹਾ ਡਿਸਾਈਡ ਕਰਨਾ ਹੈ। ਕਿਉਂਕਿ ਵੱਡਾ ਜਿਹੜਾ ਰੋਸ਼ ਹੈ ਉਹ ਕੈਰੋ ਪਰਿਵਾਰ ਦੇ ਵਿੱਚ ਹੈਗਾ ਆ, ਇਹਨਾਂ ਨੂੰ ਲੈ ਕੇ ਸੁਖਬੀਰ ਬਾਦਲ ਦੀਆਂ ਜਿਹੜੀਆਂ ਅਨਾਉਂਸਮੈਂਟਾਂ ਜਾਂ ਬਲਟੋਏ ਨੂੰ ਲੈ ਕੇ। ਸੋ ਇਸ ਵੇਲੇ ਅਕਾਲੀ ਦਾ ਜਿਹੜਾ ਆ ਉਹ ਮੈਂ ਸਮਝਦਾ ਕਿ ਤੀਲਾ ਹੋ ਚੁੱਕਾ ਹੈ। ਇਸ ਗੱਲ ਇਹ ਹੈ ਕਿ ਕੱਲ ਜਲਾਲਾਬਾਦ ਤੋਂ ਜਦੋਂ ਸੁਖਬੀਰ ਸਿੰਘ ਬਾਦਲ ਨੇ ਆਪਦੀ ਸੀਟ ਅਨਾਉਂਸ ਕੀਤੀ, ਤਾਂ ਮੈਂ ਅੱਜ ਇਹ ਗੱਲ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਨੂੰ ਆਪਦੇ ਹਾਲਾਤ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਕਿ ਲੋਕ ਅਕਾਲੀ ਦਲ ਨੂੰ ਮੂੰਹ ਨਹੀਂ ਲਾਉਣਗੇ। ਔਰ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇੱਕ ਜਿਹੜਾ ਪਾਰਟੀ ਦਾ ਪ੍ਰਧਾਨ ਹੈ, ਇੱਕ ਜਿਹੜਾ ਡਿਪਟੀ ਮੁੱਖ ਮੰਤਰੀ ਰਹਿ ਗਿਆ ਹੋਵੇ ਔਰ ਉਹਨੂੰ ਇੰਨਾ ਲੱਗੇ ਕਿ ਸਾਡਾ ਅਕਾਲੀ ਦਲ ਇੰਨਾ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਕਿ ਅੱਜ ਉਹਨੂੰ ਖੁਦ ਆਪਦੀ ਟਿਕਟ ਜਿਹੜੀ ਕਿ ਉਹਨਾਂ ਨੇ ਆਪਦੀ ਜਲਾਲਾਬਾਦ ਤੋਂ ਟਿਕਟ ਅਨਾਉਂਸ ਕੀਤੀ। ਔਰ ਮੈਂ ਗੱਲ ਕਹਿਣਾ ਕਿ ਲੋਕਾਂ ਦੇ ਨਾਲ ਬੜਾ ਧੋਖਾ ਹੈ। ਪਹਿਲਾਂ ਜਲਾਲਾਬਾਦ ਵਾਲਿਆਂ ਨਾਲ ਧੋਖਾ ਕੀਤਾ, ਪਹਿਲਾਂ ਉਹਨਾਂ ਨੇ ਉੱਥੋਂ ਅਸਤੀਫਾ ਦੇ ਕੇ MP ਦਾ ਇਲੈਕਸ਼ਨ ਲੜਿਆ ਔਰ ਹੁਣ ਫਿਰ ਜਿਹੜੇ ਫਿਰੋਜ਼ਪੁਰ ਦੇ ਲੋਕ ਸਭਾ ਦੇ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਜਿਵੇਂ ਜਲਾਲਾਬਾਦ ਇਲੈਕਸ਼ਨ ਲੜਦਾ ਸੀ ਇਸੇ ਤਰ੍ਹਾਂ ਮੈਂ ਇਸੇ ਲੋਕ ਸਭਾ ਤੋਂ ਇਲੈਕਸ਼ਨ ਲੜਿਆ ਕਰਾਂਗਾ। ਔਰ ਫਿਰ ਫਿਰੋਜ਼ਪੁਰ ਦੇ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ। ਹੁਣ ਜਲਾਲਾਬਾਦ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ, ਕਿਉਂਕਿ ਸੁਖਬੀਰ ਸਿੰਘ ਨੂੰ ਲੋਕ ਚੰਗੀ ਤਰ੍ਹਾਂ ਪਹਿਚਾਣ ਚੁੱਕੇ ਆ। ਉਧਰ ਕਾਂਗਰਸ ਦੇ ਸੀਨੀਅਰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਵੀ ਬੀਤੇ ਦਿਨਾਂ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਕਿਸਾਨ ਮਸਲੇ ਨੂੰ ਚੁੱਕਿਆ ਗਿਆ। ਇਸ ਦਰਮਿਆਨ ਉਹਨਾਂ ਕਿਹਾ ਕਿ ਰੂਰਲ ਡਿਵੈਲਪਮੈਂਟ ਫੰਡ ਅਤੇ FCI ਦੇ ਜ਼ਰੀਏ ਹੁਣ ਕਿਸਾਨਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਅਜਿਹੇ ਇਲਜ਼ਾਮ ਉਹਨਾਂ ਕੇਂਦਰ ਸਰਕਾਰ ਦੇ ਉੱਤੇ ਲਾਏ ਨੇ। 3-4 ਵੱਡੀਆਂ ਮੰਗਾਂ ਅੱਜ ਮੈਂ ਪਾਰਲੀਮੈਂਟ ਦੇ ਜ਼ਰੀਏ ਗਵਰਨਮੈਂਟ ਆਫ ਇੰਡੀਆ ਨੂੰ ਇਹ ਗੱਲ ਕਹੀ ਹੈ ਕਿ ਪੰਜਾਬ ਇੱਕ ਬਾਰਡਰ ਦਾ ਸੂਬਾ ਹੈ, ਤੁਹਾਡੇ ਅੰਨਦਾਤਾ ਦਾ ਸੂਬਾ ਹੈ। ਸਾਰਿਆਂ ਨੂੰ ਵੱਧ ਪਿਛਲੇ 60 ਸਾਲਾਂ 'ਚ ਪੰਜਾਬ ਤੇ ਪੰਜਾਬ ਦੀ ਕਿਸਾਨੀ ਨੇ ਦੇਸ਼ ਦਾ ਪੇਟ ਪਾਲਣ ਦੇ ਵਿੱਚ ਵੱਡੀ ਆਪਣੀ ਰਹਿਨਮਾਈ ਕੀਤੀ ਹੈ। ਉਸ ਤੋਂ ਬਾਅਦ ਸਾਡੇ ਨੌਜਵਾਨ ਬੱਚੇ ਜਿਹੜੇ ਪੈਰਾਮਿਲਟਰੀ ਫੋਰਸਿਸ, ਆਰਮਡ ਫੋਰਸਿਸ ਵਿੱਚ ਅਗਵਾਈ ਕਰ ਰਹੇ ਨੇ, ਤੇ ਤੁਸੀਂ ਸਾਨੂੰ ਕਿਉਂ ਹਰ ਵਾਰ ਹੀ ਕੋਈ ਇਹੋ ਜਿਹਾ ਕੰਮ ਕਰਦੇ ਹੋ ਜਿਹਦੇ ਨਾਲ ਤੁਸੀਂ ਪੰਜਾਬ ਦੇ ਇੰਟਰਸਟ ਦੇ ਖਿਲਾਫ ਕੰਮ ਨਾ ਕਰੋ। ਮੈਂ ਅੱਜ ਚੇਅਰਮੈਨ ਸਾਹਿਬ ਦੇ ਜ਼ਰੀਏ ਗਵਰਨਮੈਂਟ ਆਫ ਇੰਡੀਆ ਨੂੰ ਇਹ ਗੱਲ ਕਹੀ ਕਿ ਸਾਰਿਆਂ ਨੂੰ ਪਹਿਲਾ ਮੁੱਦਾ ਹੈ ਜੀ ਕਿ ਇਹਨਾਂ ਨੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਜਿਹਦੇ ਚੋਂ 1800 ਕਰੋੜ ਰੁਪਈਆ ਅਸੀਂ ਜਿਹੜਾ 3% ਟੈਕਸ ਲਾਉਂਦੇ ਸੀ FCI ਨੂੰ ਸਾਡਾ ਝੋਨਾ ਤੇ ਕਣਕ ਖਰੀਦਣ ਦਾ, ਇਹਨਾਂ ਨੇ ਆਪਣੇ ਆਪ ਹੀ ਯਕਮੁਸ਼ਤ ਗਵਰਨਮੈਂਟ ਆਫ ਇੰਡੀਆ ਨੇ ਫੈਸਲਾ ਕਰ ਲਿਆ ਕਿ ਅਸੀਂ ਅੱਗੇ ਤੋਂ ਰੂਰਲ ਡਿਵੈਲਪਮੈਂਟ ਫੰਡ ਜਿੱਥੇ 3% ਦੇਦੇ 1% ਦਿਆ ਕਰਾਂਗੇ।
ਪੰਜਾਬ ਨੂੰ 1800 ਕਰੋੜ ਰੁਪਈਆ ਜਿਹਦੇ ਚੋਂ ਆਉਂਦਾ ਸੀ ਉਹਦੀ ਜਗ੍ਹਾ ਤੇ ਹੁਣ 600 ਆਇਆ ਕਰੇਗਾ, 1200 ਕਰੋੜ ਰੁਪਈਆ ਉਹ ਘਟ ਗਿਆ। ਫਿਰ ਸਾਡੀ GST ਜਿਹੜੀ ਹਰ ਮਹੀਨੇ ਮੈਂਡੇਟਰੀ ਹੈ ਕਨਸਟੀਟਿਊਸ਼ਨ ਦੇ ਨਾਲ ਕਿ ਹਰ ਮਹੀਨੇ ਸੈਂਟਰ ਦੀ ਸਰਕਾਰ ਨੇ ਸੂਬੇ ਦੀ ਸਰਕਾਰਾਂ ਨੂੰ ਪੈਸੇ ਵਾਪਸ ਕਰਨੇ ਹੁੰਦੇ ਨੇ। 6 ਮਹੀਨੇ ਦੀ ਰਕਮ ਪੰਜਾਬ ਦੀ GST ਦੀ ਰੋਕੀ ਬੈਠੇ ਨੇ 8200 ਕਰੋੜ ਰੁਪਇਆ। ਅਸੀਂ ਪੰਜਾਬ ਦੀ ਗਵਰਨਮੈਂਟ ਨੇ ਜਿਹੜੇ ਆਪਣੇ EMPLOYEES ਨੇ ਉਹਨਾਂ ਨੂੰ 15ਵੀਂ ਪੇ ਕਮਿਸ਼ਨ ਦੇ ਮੁਤਾਬਕ ਉਹਨਾਂ ਨੂੰ ਤਨਖਾਹਾਂ ਦੇਣੀਆਂ ਨੇ, ਪੈਨਸ਼ਨਸ ਦੇਣੀਆਂ ਨੇ। ਉਹ ਸਾਡੇ ਕੋਲ ਪੈਸੇ ਹੋਣਗੇ ਤੇ ਅਸੀਂ ਦੇ ਪਾਵਾਂਗੇ। ਉਹ ਪੈਰਿਟੀ ਮੰਗ ਰਹੇ ਨੇ। ਅਸੀਂ 올ਡ ਏਜ ਪੈਨਸ਼ਨਸ ਦੇਣੀਆਂ ਨੇ, ਬੁਢਾਪਾ ਪੈਨਸ਼ਨਾਂ ਦੇਣੀਆਂ, ਅਸੀਂ ਸ਼ਗਨ ਸਕੀਮਸ ਦੇਣੀਆਂ, ਅਸੀਂ ਆਟਾ ਦਾਲ ਦੀਆਂ ਸਕੀਮਸ ਦੇਣੀਆਂ, ਅਸੀਂ ਆਪਣੇ ਦਲਿਤ ਵੀਰ ਭਰਾਵਾਂ ਵਾਸਤੇ, ਭੈਣਾਂ ਵਾਸਤੇ, ਬੈਕਵਰਡ ਕਲਾਸਿਸ ਵਾਸਤੇ ਜਿਹੜੀਆਂ ਸਕੀਮਸ ਨੇ ਉਹ ਪੈਸੇ ਤੋਂ ਬਿਨਾਂ ਹੱਲ ਨਹੀਂ ਹੋ ਸਕਦੀਆਂ। ਪੈਸਾ ਗਵਰਨਮੈਂਟ ਆਫ ਇੰਡੀਆ ਨੇ ਰੋਕ ਲਿਆ। ਸੂਬੇ ਦੀ ਬਾਕੀ ਆਮਦਨ ਜਿਹੜੀ ਉਹ ਘਟ ਚੁੱਕੀ ਹੈ। ਉਧਰ ਸਰਕਾਰਾਂ ਦੀਆਂ ਨੀਤੀਆਂ ਤੋਂ ਨਾਰਾਜ਼ ਹੁਣ ਕਈ ਵਰਗ ਲਗਾਤਾਰ ਪ੍ਰਦਰਸ਼ਨਾਂ ਦੇ ਉੱਤੇ ਨੇ। ਇੱਕ ਪਾਸੇ ਜਿੱਥੇ ਬੈਂਕਿੰਗ ਸੈਕਟਰ ਪ੍ਰਦਰਸ਼ਨ ਕਰ ਰਿਹਾ ਹੈ ਤੇ 2 ਦਿਨਾਂ ਹੜਤਾਲ ਉਹਨਾਂ ਦੇ ਵੱਲੋਂ ਵੀ ਐਲਾਨੀ ਗਈ ਹੈ। ਅੱਜ ਵੀ ਪੂਰੇ ਮੁਲਕ ਦੇ ਵਿੱਚ ਕਈ ਵੱਡੀਆਂ ਬੈਂਕਾਂ ਬੰਦ ਰਹਿਣਗੀਆਂ ਤੇ ਖਾਸ ਤੌਰ ਤੇ ਉੱਤੇ ਸਾਰੇ ਬੈਂਕਿੰਗ ਸੈਕਟਰ ਬੰਦ ਰਹਿਣ ਦਾ ਵੀ ਐਲਾਨ ਇਸ ਹੜਤਾਲ ਦੇ ਦਰਮਿਆਨ ਕੀਤਾ ਗਿਆ। ਤੇ ਉਧਰ ਆੜਤੀਆ ਭਾਈਚਾਰਾ ਵੀ ਹੁਣ ਲਗਾਤਾਰ ਹੜਤਾਲ ਦੇ ਉੱਤੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪ੍ਰਦਰਸ਼ਨ ਤੇ ਧਰਨੇ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਹੁਣ ਸਰਕਾਰਾਂ ਸਾਡੇ ਕੰਮ ਨੂੰ ਖੋਣ ਦੀ ਤਦਾਰ ਦੇ ਉੱਤੇ ਆ ਚੁੱਕੀਆਂ ਨੇ ਤੇ ਸਾਨੂੰ ਬੇਰੁਜ਼ਗਾਰ ਕਰ ਸਕਦੀਆਂ ਨੇ। ਇਸ ਨੂੰ ਲੈ ਕੇ ਆੜਤੀਆਂ ਦੇ ਵੱਲੋਂ ਪ੍ਰਦਰਸ਼ਨ ਹੋਇਆ। ਕੀ ਕੁਝ ਆੜਤੀਏ ਕਹਿ ਰਹੇ ਨੇ ਉਹ ਸੁਣਦੇ ਹਾਂ। ਜਿਹੜੇ ਇੱਕ ਤਾਂ ਕਾਲੇ ਤਿੰਨੇ ਬਿੱਲ ਲਿਆਂਦੇ ਆ ਮੋਦੀ ਸਾਹਿਬ ਨਾਲ, ਉਹਨਾਂ ਦਾ ਅਸੀਂ ਵਿਰੋਧ ਕਰਦੇ ਆ। ਤੇ ਬਾਕੀ ਜਿਹੜੀ ਗੱਲ ਇਹ ਹੈ ਵੀ ਜਿਹੜੇ ਨੇ ਨਵੇਂ ਤੇ ਨਵੇਂ ਆੜਤੀਆਂ ਤੇ ਕਿਸਾਨਾਂ ਪਰ ਨਵੇਂ ਫਾਰਮੂਲੇ ਠੋਕੀ ਜਾਂਦਾ ਏ ਮੋਦੀ ਸਾਹਿਬ। ਉਹ ਕਹਿੰਦਾ ਵੀ ਗਾਹਾਂ ਜਿਹੜੀ ਉਹਦੀ ਫਸਲ ਚੁੱਕੀ ਜਾਊਗੀ, ਜਿਹੜਾ ਕੋਈ ਫਰਦ ਲੈ ਕੇ ਆਊਗਾ ਜ਼ਿਮੀਂਦਾਰ ਦੀ ਫਰਦ ਦੂੰਗੇ। ਉਹਦੇ ਵਿੱਚ ਇਹ ਵੀ ਇਹਨਾਂ ਸਕੀਮ ਰੱਖਤੀ ਵੀ 18 ਕੁਇੰਟਲ ਕਣਕ ਖਰੀਦੀ ਜਾਊਗੀ ਕਿੱਲੇ ਦੀ, ਜਿਹੜੀ ਕਣਕ 20-20 25-25 ਕੁਇੰਟਲ ਹੁੰਦੀ ਆ। ਬਾਕੀ ਕਣਕ ਕਿੱਥੇ ਵੇਚੂਗਾ ਫਾਰਮਰ? ਇਹਦਾ ਇਸ ਕਰਕੇ ਅਸੀਂ ਮੋਦੀ ਸਰਕਾਰ ਦਾ ਵਿਰੋਧ ਕਰਦੇ ਆ। ਦੂਸਰੀ ਗੱਲ ਇਹ ਆ ਵੀ ਕੈਪਟਨ ਸਰਕਾਰ ਨਾਲ ਸਾਡਾ 2019 ਦਾ ਪਿਛਲੇ ਝੋਨੇ ਦੇ ਸੀਜ਼ਨ ਦਾ 131 ਕਰੋੜ ਰੁਪਈਆ ਸਾਡਾ ਬਕਾਇਆ ਖੜਾ ਏ। ਸੈਂਟਰਲ ਸਰਕਾਰ ਵੱਲੋਂ ਪੇਮੈਂਟ ਪੰਜਾਬ ਸਰਕਾਰ ਦੇ ਕੋਲ ਆਈ ਵੀ ਆ, ਜਿਹੜੀ ਸਾਡੀ ਤੱਕ ਹੁਣ ਤੱਕ ਸਾਡੀ ਖਾਤਿਆਂ 'ਚ ਪੇਮੈਂਟ ਨਹੀਂ ਪਾਈ ਹੈਗੀ ਪੰਜਾਬ ਸਰਕਾਰ ਨਾਲ। ਇਸ ਕਰਕੇ ਅਸੀਂ ਕੈਪਟਨ ਸਰਕਾਰ ਦਾ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਆ ਵੀ ਜਿਹੜਾ ਸਾਡਾ 131 ਕਰੋੜ ਰੁਪਈਆ ਪਿਛਲਾ ਬਕਾਇਆ ਪਿਆ ਇਹ ਜਲਦੀ ਤੋਂ ਜਲਦੀ ਰਿਲੀਜ਼ ਕੀਤਾ ਜਾਵੇ ਤੇ ਸਾਡੇ ਖਾਤਿਆਂ 'ਚ ਪਾਇਆ ਜਾਵੇ। ਇਹਦੇ ਕਰਕੇ ਜਿਹੜੇ ਮਜ਼ਦੂਰੀ ਲੇਬਰ ਸਾਰੇ ਸਾਡੇ ਪੱਲਿਓਂ ਲੇਬਰ ਲੈ ਗਏ, ਮਜ਼ਦੂਰੀ ਵਾਲਾ ਮਜ਼ਦੂਰੀ ਲੈ ਗਿਆ, ਲੋਡਿੰਗ ਵਾਲਾ ਲੋਡਿੰਗ ਲੈ ਗਿਆ। ਸਾਡੇ ਜਿਹੜੀਆਂ ਲਿਮਟਾਂ ਦਾ ਵਿਆਜ ਪੈ ਰਿਹਾ ਏ, ਕੱਲੇ ਆੜ੍ਹਤੀ ਦਾ ਕਿਸੇ ਦਾ 10 ਲੱਖ ਖੜਾ, ਕਿਸੇ ਦਾ 15 ਲੱਖ ਖੜਾ, ਕਿਸੇ ਦਾ 20 ਲੱਖ ਰੁਪਈਆ ਖੜਾ। ਇਹਦੇ ਕਰਕੇ ਸਾਡੇ ਨਾ ਪੇਮੈਂਟ ਜਲਦੀ ਤੋਂ ਜਲਦੀ ਪਾਈ ਜਾਵੇ, ਨਹੀਂ ਇਹ ਵਿਰੋਧ ਸਾਡਾ ਜਾਰੀ ਰਹੇਗਾ। 20 ਤਰੀਕ ਤੇ ਸਾਡਾ ਧਰਨਾ ਚੰਡੀਗੜ੍ਹ 'ਚ ਚੱਲੂਗਾ ਜੇ ਸਾਡੀਆਂ 20 ਤਰੀਕ ਤੱਕ ਗੱਲਾਂ ਨਾ ਮੰਨੀਆਂ ਸਰਕਾਰ ਨਾਲ। ਬਹੁਜਨ ਸਮਾਜ ਨੂੰ ਸਿਆਸੀ ਤੌਰ ਤੇ ਉੱਤੇ ਮਜ਼ਬੂਤ ਕਰਨ ਵਾਲਿਆਂ ਦੀ ਜੇਕਰ ਨਾਮ ਉੱਠਦਾ ਹੈ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਕਾਸ਼ੀ ਰਾਮ ਹੋਣਾ ਦਾ। ਕਾਸ਼ੀ ਰਾਮ ਹੋਣਾ ਤੇ ਆਪਣੇ ਜੱਤੀ ਪਿੰਡ ਦੇ ਵਿੱਚ ਉਹਨਾਂ ਦੀ ਕੋਈ ਯਾਦਗਾਰ ਨਹੀਂ ਸੀ, ਨਾ ਹੀ ਉਹਨਾਂ ਦੇ ਨਾਮ ਤੇ ਕੋਈ ਲਾਇਬ੍ਰੇਰੀ, ਨਾ ਪਾਰਕ ਤੇ ਨਾ ਹੀ ਉਹਨਾਂ ਦਾ ਉੱਥੇ ਬੁੱਤ ਸੀ। ਇਸ ਕੰਮ ਨੂੰ ਪਹਿਲ ਦੇ ਆਧਾਰ ਦੇ ਉੱਤੇ ਕੀਤਾ ਗਿਆ ਹੈ ਤੇ ਕਾਸ਼ੀ ਰਾਮ ਹੋਣਾ ਦੇ ਆਪਣੇ ਜੱਤੀ ਪਿੰਡ ਦੇ ਵਿੱਚ ਉਹਨਾਂ ਦਾ ਇੱਕ ਖੂਬਸੂਰਤ ਬੁੱਤ ਸੁਸ਼ੋਭਿਤ ਕੀਤਾ ਗਿਆ ਹੈ ਅਤੇ ਕਾਸ਼ੀ ਰਾਮ ਹੋਣਾ ਨੂੰ ਯਾਦ ਕਰਦਿਆਂ ਇਸ ਮੌਕੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਜੋ ਕੰਮ ਉਹਨਾਂ ਦੇ ਨਾਮ ਦੇ ਉੱਤੇ ਚੱਲਣ ਵਾਲੀਆਂ ਪਾਰਟੀਆਂ ਨਹੀਂ ਕਰ ਸਕੀਆਂ ਉਹ ਜਿਹਾ ਕੰਮ ਆਮ ਆਦਮੀ ਪਾर्टी ने कर विखाया। कि कुछ कह रहे हैं हरपाल सिंह चीमा, सुनते हैं। अभी लगभग 4-5 महीने पहले मैं मानवर कांसराम साहब के गांव आया था और यहाँ के मैंने देखा कि यहाँ उनकी पहचान की कोई भी चीज़ नहीं है। बाहर से पता नहीं लगता कि ये मानवर कांसराम साहब का गांव है। तो तभी हमने यहाँ के सरपंच जी से बात की, मानवर कांसराम साहब के भाई भतीजों से बात की, गाँव के लोगों से बात की कि उन्होंने पूरे देश के अंदर बहुजन समाज में राजनीतिक चेतना जगाने का काम किया, उनको हुक्मरान बनने का सपना दिखाया, बल्कि उसको साकार भी किया। तो उनके नाम पे कुछ तो होना चाहिए उनके गांव में, उनका पैतृक गांव है। तो उनके सरपंच जी ने गांव के मुझे वादा किया कि हम आपको एक जगह देते हैं, आप लोग यहाँ उनकी मूर्ति लगाइए। तो तुरंत मिशन जय भीम जो एक सामाजिक संगठन है जो बाबा साहेब के रास्ते पर चल रहा है, उसने तय किया कि हम यहाँ मूर्ति लगाएंगे और तुरंत जयपुर से मूर्ति बनवाकर आज वो मूर्ति यहाँ इंस्टॉल हुई है और उसका इनॉग्रेशन हम लोगों ने किया है। तो मैं सबको इसके लिए बधाई देता हूँ, गांव के लोगों को बधाई देता हूँ, सरपंच जी को भी धन्यवाद करता हूँ, हमारे आम आदमी पार्टी के लीडर ऑफ ओपोजिशन और सारे MLAs हैं उनको भी मैं धन्यवाद करता हूँ आने के लिए, और साथ ही साथ गाँव के लोगों को भी मैं धन्यवाद करता हूँ। 4 ਸਾਲ ਪੂਰੇ ਹੋ ਚੁੱਕੇ ਨੇ। 5ਵਾਂ ਬਜਟ ਜਿਹੜਾ ਹੈਗਾ ਉਹ ਹੁਣੀ ਪੇਸ਼ ਕੀਤਾ ਗਾ ਮਨਪ੍ਰੀਤ ਸਿੰਘ ਬਾਦਲ ਨੇ। ਪੰਜਾਬ ਦੇ ਬੱਚੇ ਨੂੰ ਪਤਾ ਗਾ ਕਿ ਕੈਪਟਨ ਸਾਹਿਬ ਦਾ ਵਾਅਦਾ ਸੀਗਾ 2017 ਦਾ
ਕਿ ਘਰ ਘਰ ਰੁਜ਼ਗਾਰ ਮਿਲੂਗਾ, ਘਰ ਘਰ ਨੌਕਰੀ ਮਿਲੂਗੀ। ਕੈਪਟਨ ਸਾਹਿਬ ਬੁਰੀ ਤਰ੍ਹਾਂ ਫੇਲ ਨੇ, ਬੁਰੀ ਤਰ੍ਹਾਂ ਫਲਾਪ ਹੋਏ ਨੇਗੇ। ਕੈਪਟਨ ਸਾਹਿਬ ਦਾ ਵਾਅਦਾ ਸੀਗਾ ਕਿ ਪੰਜਾਬ ਦੇ ਕਿਸਾਨ ਦੀ ਮੁਕੰਮਲ ਕਰਜ਼ਾ ਮਾਫੀ ਹੋਊਗੀ, ਪੂਰਾ ਕਿਸਾਨ ਦਾ ਕਰਜ਼ਾ ਮਾਫ ਹੋਊਗਾ, ਚਾਹੇ ਉਹ ਪ੍ਰਾਈਵੇਟ ਬੈਂਕਾਂ ਦਾ, ਚਾਹੇ ਸਹਿਕਾਰੀ ਬੈਂਕਾਂ ਦਾ, ਚਾਹੇ ਸਰਕਾਰੀ ਬੈਂਕਾਂ ਦਾ, ਚਾਹੇ ਆੜ੍ਹਤੀਆਂ ਦਾ। ਬਸ ਲੇਕਿਨ ਉਹ ਕੋਈ ਮਾਫ ਨਹੀਂ ਹੋਇਆ, ਨਿਗੂਣਾ ਜਿਹਾ ਕਰਜ਼ਾ ਮਾਫ ਕੀਤਾ ਗਿਆ। ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ 2500 ਰੁਪਏ ਪੈਨਸ਼ਨ ਦੇਣ ਦਾ, 2500 ਰੁਪਏ ਰੁਜ਼ਗਾਰ ਭੱਤੇ ਦਾ। ਇੱਕ ਵੀ ਵਾਅਦਾ ਕੈਪਟਨ ਸਾਹਿਬ ਦਾ ਪੂਰਾ ਨਹੀਂ ਹੋਇਆ। ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਮੈਂ ਪੰਜਾਬ ਵਿੱਚੋਂ ਮਾਫੀਆ ਰਾਜ ਦਾ ਖਾਤਮਾ ਕਰੂੰਗਾ, ਪੰਜਾਬ ਸ਼ਰਾਬ ਦੀ ਕਾਰਪੋਰੇਸ਼ਨ ਬਣਾਵਾਂਗੇ, ਪੰਜਾਬ 'ਚ ਰੇਤੇ ਦੀ ਕਾਰਪੋਰੇਸ਼ਨ ਬਣਾਵਾਂਗੇ। ਕੋਈ ਵਾਅਦਾ ਪੂਰਾ ਨਹੀਂ ਹੋਇਆ। ਹੈਰਾਨ ਹੋਵੋਗੇ ਤੁਸੀਂ ਕਿ 1992 ਤੋਂ ਜਿਹੜੇ ਸਰਕਾਰਾਂ ਹੁਣ ਤੱਕ ਬਣੀਆਂ ਨੇਗੀਆਂ, 1992 ਤੱਕ ਪੰਜਾਬ ਤੇ ਸਿਰਫ 9000 ਕਰੋੜ ਦਾ ਕਰਜ਼ਾ ਸੀਗਾ, ਜਿਹਦੇ ਵਿੱਚੋਂ 6000 ਕਰੋੜ ਦਾ ਕਰਜ਼ਾ ਗਵਰਨਮੈਂਟ ਆਫ ਇੰਡੀਆ ਨੇ ਮਾਫ ਕਰਤਾ ਸੀ, ਬੇਵਾਫ ਕਰਤਾ ਸੀਗਾ। 3000 ਕਰੋੜ ਦਾ ਕਰਜ਼ਾ ਰਹਿ ਗਿਆ ਸੀਗਾ, ਜਿਹੜਾ ਕਿ ਵੱਧ ਕੇ ਹੁਣ ਪੌਣੇ 3 ਲੱਖ ਕਰੋੜ ਹੋ ਗਿਆ। ਪੌਣੇ 3 ਲੱਖ ਕਰੋੜ ਹੋ ਗਿਆ। ਪਿਛਲੇ ਬਜਟ ਸੈਸ਼ਨ ਦੇ ਵਿੱਚ ਜਿਹੜਾ ਤੇ ਚੌਥਾ ਬਜਟ ਸੈਸ਼ਨ ਪੇਸ਼ ਹੋਇਆ ਸੀਗਾ, ਉਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ 2,48,000 ਰੁਪਇਆ ਕੋਟ ਕੀਤਾ ਸੀਗਾ ਕਿ ਪੰਜਾਬ ਤੇ ਕਰਜ਼ਾ ਗਾ। ਜਿਹੜਾ ਹੁਣ ਕੀਤਾਗਾ ਉਹਦੇ 'ਚ 2,73,703 ਦਾ ਕੀਤਾਗਾ। ਇੱਕ ਪਾਸੇ ਪੰਜਾਬ ਸਰਕਾਰ ਗਵਰਨਮੈਂਟ ਆਫ ਇੰਡੀਆ ਤੋਂ ਕਰਜ਼ਾ ਲੈ ਰਹੀ ਆ, ਲਗਾਤਾਰ ਕਰਜ਼ਾ ਵਧ ਰਿਹਾ, ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਦੇ ਟੈਕਸ ਲਾ ਰਹੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਕੀ ਮਿਲ ਰਿਹਾ। ਕਿ ਪੰਜਾਬ ਦੇ ਸਕੂਲਾਂ 'ਚ ਅਧਿਆਪਕ ਪੂਰੇ ਹੋ ਗਏ? ਕੀ ਪੰਜਾਬ ਦੇ ਸਕੂਲਾਂ ਸਰਕਾਰੀ ਜਿਹੜੀ ਐਜੂਕੇਸ਼ਨ ਅੱਛੀ ਹੋਗੀ? ਕੀ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਜਿਹੜੀ ਹੈ ਮੁਫਤ ਇਲਾਜ ਹੋ ਗਿਆ? ਕੀ ਪੰਜਾਬ ਵਿੱਚ ਜਿਹੜੀ ਮੁਫਤ ਪੜ੍ਹਾਈ ਹੋਗੀ? ਯੂਨੀਵਰਸਿਟੀਆਂ ਬੰਦ ਹੋਣ ਦੇ ਕਿਨਾਰੇ ਨੇ ਗਈਆਂ। ਪੰਜਾਬ ਤੇ ਕਰਜ਼ਾ ਚੜ ਰਿਹਾ, ਪੰਜਾਬ ਦੇ ਲੋਕਾਂ ਟੈਕਸ ਲੈ ਰਹੇ ਨੇ। ਮੈਂ ਸਮਝਦਾ ਪੰਜਾਬ ਨੂੰ ਲੁੱਟਣ ਦਾ ਕੰਮ ਕਾਂਗਰਸੀ, ਪੰਜਾਬ ਨੂੰ ਲੁੱਟਣ ਦਾ ਕੰਮ ਕੈਪਟਨ ਸਾਹਿਬ ਖੁਦ ਕਰ ਰਹੇ ਨੇ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਵੀ 400 ਸਾਲਾ ਸਮਾਗਮਾਂ ਨੂੰ ਮੁੱਖ ਰੱਖਦਿਆਂ ਨਗਰ ਕੀਰਤਨਾਂ ਦੀ ਲੜੀ ਦੀ ਸ਼ੁਰੂਆਤ ਹੋਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧ ਦੇ ਵਿੱਚ ਬੀਬੀ ਜਗੀਰ ਕੌਰ ਨੇ ਖਾਸ ਬੈਠਕ ਵੀ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ। ਕੀ ਕੁਝ ਕਹਿ ਰਹੇ ਨੇ ਬੀਬੀ ਜਗੀਰ ਕੌਰ, ਆਓ ਸੁਣਦੇ ਹਾਂ। ਉਹਨਾਂ ਦੀ ਸ਼ਤਾਬਦੀ ਜਿਹੜੀ ਹੈ ਵੱਡੇ ਲੈਵਲ ਦੇ ਉੱਤੇ ਜਿੱਥੇ ਬਣਾਈ ਜਾਣੀ ਹੈ, ਇੱਥੇ 1 ਮਈ ਨੂੰ ਲਗਾਤਾਰ 28, 29, 30 1 ਮਈ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਮਹਿਲ, ਕਿਉਂਕਿ ਉਹਨਾਂ ਦਾ ਪ੍ਰਕਾਸ਼ ਹੋਇਆ ਸੀ, ਇੱਥੇ ਸਮਾਗਮ ਕੀਤਾ ਜਾਣਾ। ਉਹ ਸਾਰੇ ਦਾ ਪਹਿਲਾਂ ਪ੍ਰਚਾਰ ਕਰਨ ਵਾਸਤੇ, ਸੰਗਤਾਂ ਨੂੰ ਸੁਨੇਹਾ ਦੇਣ ਵਾਸਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਉਹਨਾਂ ਨੇ ਜ਼ਿਆਦਾ ਸਮਾਂ ਗੁਜ਼ਾਰੇ ਹੈ, ਜਿੱਥੇ ਇਤਿਹਾਸਕ ਉਹਨਾਂ ਦੇ ਸਥਾਨ ਹੈ, ਉੱਥੇ ਕੀਤੇ ਜਾ ਰਹੇ। 16, 17, 18 ਮਾਰਚ ਨੂੰ ਬਹੁਤ ਵੱਡੇ ਸਮਾਗਮ, ਤਕਰੀਬਨ 5000 ਤੋਂ ਵੱਧ ਕੱਲ੍ਹ ਨੂੰ ਪਾਠ ਬੋਧ ਸਮਾਗਮ, ਸਹਿਜ ਪਾਠ ਦੇ ਸਮਾਗਮ, ਪਾਠਾਂ ਦੇ ਭੋਗ ਪੈਣਗੇ ਪਹਿਲਾਂ, ਫਿਰ ਗੁਰਮਤਿ ਸਮਾਗਮ ਹੋਏਗਾ। ਰਾਗੀ ਢਾਡੀ ਪ੍ਰਚਾਰਕ ਉੱਥੇ ਪ੍ਰਚਾਰ ਕਰਨਗੇ। 17 ਤਰੀਕ ਨੂੰ ਮਾਤਾ ਗੁਜਰੀ ਜੀ ਦੇ ਨਾਂ ਦੇ ਉੱਤੇ ਉੱਥੇ ਸੰਮੇਲਨ ਕੀਤਾ ਜਾ ਰਿਹਾ। ਇਸਤਰੀ ਸੰਮੇਲਨ ਉਹ ਵੀ ਇੱਕ ਮਿਸਾਲ ਹੋਏਗੀ। ਵੱਡੀ ਗਿਣਤੀ 'ਚ ਉੱਥੇ ਬੀਬੀਆਂ ਪਹੁੰਚ ਰਹੀਆਂ, ਔਰ ਗੁਰੂ ਕੇ ਮਹਿਲਾਂ ਦਾ, ਗੁਰੂ ਘਰ ਵਿੱਚ ਸਿੱਖ ਕੌਮ ਦੇ ਵਿੱਚ ਕੋਈ ਕੁਰਬਾਨੀਆਂ, ਜੋ ਸ਼ਹਾਦਤਾਂ, ਜੋ ਇਤਿਹਾਸ ਵਿੱਚ ਹਿੱਸਾ ਪਾਇਆ ਸਿੱਖ ਬੀਬੀਆਂ ਨੇ, ਉਹਨਾਂ ਦਾ ਰੋਲ ਜਿਹੜਾ ਉੱਥੇ ਦੁਹਰਾਇਆ ਜਾਏਗਾ। 18 ਤਰੀਕ ਨੂੰ ਵੱਡਾ ਗੁਰਮਤਿ ਸਮਾਗਮ ਹੈ, ਜਿੱਥੇ ਬੇਸ਼ੁਮਾਰ ਸੰਗਤਾਂ ਉੱਥੇ ਪਹੁੰਚਣਗੀਆਂ। ਇਸੇ ਤਰ੍ਹਾਂ 24, 25, 26, 27, 28, 29 ਉਹ ਅਨੰਦਪੁਰ ਸਾਹਿਬ ਵਿਖੇ ਇਸੇ ਤਰ੍ਹਾਂ ਦੇ ਸਮਾਗਮ ਰਚੇਗੇ। ਇਸੇ ਤਰ੍ਹਾਂ ਕਿ ਤਖਤ ਸ੍ਰੀ ਦਮਦਮਾ ਸਾਹਿਬ। ਸੋ 4-4, 5-5 ਦਿਨ ਦੇ ਪ੍ਰੋਗਰਾਮ ਜਿਹੜੇ ਹੈ ਇੰਨੇ ਲਾਰਜ ਸਕੇਲ ਤੇ ਉਲੀਕੇ ਗਏ ਹੈ। ਵਾਹਿਗੁਰੂ ਕਿਰਪਾ ਕਰੇ ਕਿ ਇਸ ਸਮਾਗਮਾਂ ਦੇ ਨਾਲ ਘਰ ਘਰ ਅੰਦਰ ਧਰਮਸਾਰ ਹੋਵੇ, ਕੀਰਤਨ ਸਦਾ ਵਸੋਆ। ਸਾਰੇ ਘਰਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦਾ ਸੁਨੇਹਾ, ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਬਾਣੀ ਬਾਰ-ਬਾਰ ਦੁਹਰਾਈ ਜਾਏਗੀ। ਔਰ ਨਾਲ ਇਸ ਗੱਲ ਦੀ ਵੀ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈਂਬਰਾਂ ਨੇ ਮੰਗ ਕੇ ਕਿਹਾ ਕਿ ਸਾਰੇ ਹਲਕਿਆਂ ਦੇ ਵਿੱਚ ਇੱਕ ਵੱਡਾ ਗੁਰਮਤਿ ਸਮਾਗਮ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਏਗਾ। ਵਿਕਰਮ ਮਜੀਠੀਆ ਦੇ ਵੱਲੋਂ ਵੀ ਇਸ ਰੈਲੀ ਦੇ ਦਰਮਿਆਨ ਵਿਰੋਧੀਆਂ ਦੇ ਉੱਤੇ ਕਰੜੇ ਸ਼ਬਦੀ ਵਾਰ ਕੀਤੇ ਗਏ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਿਆਸੀ ਵਾਰ ਹੋਏ ਨੇ। ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਭਾਜਪਾ ਛੱਡਣ ਲਈ, ਵਜ਼ੀਰੀ ਛੱਡਣ ਲਈ, ਪੁਰਾਣਾ ਰਿਸ਼ਤਾ ਤੋੜਨ ਲਈ, ਕਿਸਾਨਾਂ ਦੇ ਨਾਲ ਉਹਨਾਂ ਦੇ ਹੱਕ 'ਚ ਖਲੋਣ ਲਈ ਉਹਨਾਂ ਨੂੰ ਵਧਾਈ ਦਿੰਦਾ। ਔਰ ਇਹ ਘੇਰਾਬੰਦੀ ਜਾਰੀ ਰਹੂਗੀ ਜਦ ਤੱਕ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਜਿਹੜੀ ਮਿਲੀ ਭੁਗਤ ਖੇਡਦੀ ਆ। ਮੇਰੀ ਮਿਲੀ ਭੁਗਤ ਤੋਂ ਮੈਂ ਗੱਲ ਅਖੀਰਲੀ ਖਤਮ ਕਰਨ ਲੱਗਿਆ ਕਿ ਜਾਖੜ ਕਹਿੰਦਾ ਕਿ ਦਿੱਲੀ ਵਾਲੇ ਡੀਜ਼ਲ ਤੇ ਪੈਟਰੋਲ ਦਾ ਤੇਲ ਦਾ ਰੇਟ ਘਟਾਉਣਾ ਚਾਹੀਦਾ, ਮਗਰ ਜਾਖੜ ਉਸ ਤੋਂ ਪਹਿਲਾਂ ਜਿਹੜਾ ਵੈਟ ਤੁਸੀਂ ਵਸੂਲਦੇ ਹੋ ਉਹ ਕਿਉਂ ਨਹੀਂ ਘਟਾਉਂਦੇ? ਦਿੱਲੀ ਤੋਂ ਹਜ਼ਾਰਾਂ ਕਰੋੜ ਰੁਪਈਆ ਵਿੱਤ ਕਮਿਸ਼ਨ ਦੇ ਰੂਪ 'ਚ 14 ਤੇ 15 ਤੋਂ ਕਰੋੜਾਂ ਹੀ ਰੁਪਈਆ ਮੋਦੀ ਕੋਲੋਂ ਲੈ ਕੇ ਆਉਂਦੇ ਹੋ, ਮਗਰ ਜਦੋਂ ਗੱਲ ਆ ਜਾਂਦੀ ਹੈ ਆਪਣਿਆਂ ਦੀ ਗੱਲ ਕਰਨ ਲਈ, ਉਦੋਂ ਪਤਾ ਨਹੀਂ ਤੁਹਾਨੂੰ ਕਿਹੜੀ ਨੀਂਦ 'ਚ ਸੌ ਜਾਂਦੇ। ਇਸ ਲਈ ਜਿਹੜੇ ਰਲ ਕੇ ਖੇਡਦੇ ਆ,
ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ। ਉਹਦੇ ਤੇ ਸੋਧਾਂ ਦੀ ਗੱਲ ਨਹੀਂ, ਮਗਰ ਪੰਜਾਬ ਦੀ ਵਿਧਾਨ ਸਭਾ 'ਚ ਵੀ ਕੈਪਟਨ ਅਮਰਿੰਦਰ ਨੇ ਸੋਧ ਦੀ ਗੱਲ ਕੀਤੀ, ਉਹ ਕਾਲੇ ਕਾਨੂੰਨ ਰੱਦ ਕਰਨ ਦੀ ਗੱਲ ਨਹੀਂ ਕੀਤੀ। ਇਸ ਲਈ ਰਲ ਕੇ ਖੇਡਣ ਵਾਲਿਆਂ ਦੇ ਵੀ ਚਿਹਰੇ ਨੰਗੇ ਹੋਣੇ ਚਾਹੀਦੇ। ਮੈਂ ਫੇਰ ਬਲਟੋਆ ਸਾਹਿਬ ਨੂੰ, ਸਮੁੱਚੀ ਇੱਥੋਂ ਦੀ ਲੀਡਰਸ਼ਿਪ ਨੂੰ ਅੱਜ ਦੇ ਇਸ ਠਾਠਾ ਮਾਰਦੇ ਇਕੱਠ ਦੀ ਵਧਾਈ ਦਿੰਦਾ। ਉਧਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਦਰਮਿਆਨ ਉਹਨਾਂ ਇੱਕ ਪਾਸੇ ਦਿੱਲੀ ਦੇ ਵਿੱਚ ਹੋ ਰਹੇ ਪ੍ਰਦੂਸ਼ਣ ਦੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਇਸੇ ਦਰਮਿਆਨ ਉਹ ਪੰਜਾਬ ਅਤੇ ਹਰਿਆਣਾ ਨੂੰ ਇੱਕ ਵਾਰ ਫਿਰ ਤੋਂ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਦੱਸ ਗਏ, ਜਿਸ ਨੂੰ ਲੈ ਕੇ ਪਹਿਲਾਂ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੱਸ ਚੁੱਕੀ ਹੈ ਕਿ ਪੰਜਾਬ ਦਾ ਧੂੰਆਂ ਦਿੱਲੀ ਵੱਲ ਨਹੀਂ ਜਾਂਦਾ। ਅਜਿਹੀਆਂ ਚਰਚਾਵਾਂ ਹੋਣ ਤੋਂ ਬਾਅਦ ਵੀ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਵਿਧਾਇਕਾਂ ਦੇ ਵੱਲੋਂ ਅਜਿਹਾ ਕਹਿਣਾ ਕਿਤੇ ਨਾ ਕਿਤੇ ਹੁਣ ਨਵੀਂ सियासत ਨੂੰ जन्म देगा। लेकिन हमारा सवाल हमेशा से केंद्र सरकार से रहा है कि जो दिल्ली के बाहर से प्रदूषण आ रहा है उस पे केंद्र सरकार क्या कर रही है। क्यों केंद्र सरकार जो हरियाणा से, पंजाब से, उत्तर प्रदेश से, अन्य राज्यों से, राजस्थान से प्रदूषण आ रहा है उस पर कदम क्यों नहीं उठाती है। क्यों दिल्ली वालों को दम घुटने वाली हवा में सांस लेने के लिए मजबूर किया जाता है। बार बार दिल्ली सरकार ने केंद्र सरकार को लिखा है, उनको एक कोऑर्डिनेशन कमेटी बनाने को कहा, उनको कहा कि और स्टेट्स पे सख्त कार्रवाई करी जाए, लेकिन कोई भी एक्शन नहीं हुआ। फिर सुप्रीम कोर्ट में एक आदित्य दुबे करके एक एनवायरमेंटलिस्ट हैं, उन्होंने एक याचिका दर्ज की जिसमें उन्होंने सेंटर को कहा कि स्टबल बर्निंग पे, पराली जलाए जाने पे तुरंत एक्शन लिया जाए। जब वो याचिका सुप्रीम कोर्ट पहुंची, उसके रिस्पॉन्स में केंद्र सरकार ने नवंबर 2020 में एक ऑर्डिनेंस के माध्यम से एक नेशनल एयर क्वालिटी कमीशन का गठन किया, जिसकी जिम्मेदारी थी कि दिल्ली एनसीआर के इलाके में जो प्रदूषण हो रहा है और जो अलग अलग राज्यों से भी उसमें कंट्रीब्यूटिंग फैक्टर्स हैं, उन सब कंट्रीब्यूटिंग फैक्टर्स पे एक्शन लेना। और उस ऑर्डिनेंस में कमीशन को काफ़ी पावर भी दी गई, इंक्लूडिंग कि अगर कोई कमीशन की बात नहीं मानता और फिर भी प्रदूषण फैलाता है, उस कमीशन को अधिकार था कि वो किसी को 5 साल तक जेल भेज सकती है। उधर सुखपाल सिंह खैरा ਦੇ ਘਰ ਹੋਈ ਈਡੀ ਦੀ ਰੇਡ ਅਤੇ ਈਡੀ ਦੇ ਵੱਲੋਂ ਆਏ ਸੁਖਪਾਲ ਸਿੰਘ ਖੈਰਾ ਨੂੰ ਸੰਮਣ ਦੇ ਉੱਤੇ ਵੀ ਟਿੱਪਣੀ ਭਗਵੰਤ ਮਾਨ ਨੇ ਕੀਤੀ ਹੈ। ਨਹੀਂ ਦੇਖੋ, ਈਡੀ ਦੀ ਰੇਡ ਦਾ ਤਾਂ ਦੇਖੋ ਮੈਂ ਇਹਦੇ ਬਾਰੇ ਤਾਂ ਕੋਈ ਕੁਝ ਕਹਿ ਨਹੀਂ ਸਕਦਾ। ਇਹ ਤਾਂ ਜਿਨ੍ਹਾਂ ਨੇ ਕੁਝ ਇਹੋ ਜਿਹਾ ਕੋਈ, ਕਿਉਂਕਿ ਈਡੀ ਜਿਹੜੀ ਹੈ ਉਹ ਕਿਸੇ ਨਾ ਕੋਈ ਤਾਂ ਠੋਸ ਕੋਈ ਸਬੂਤ ਲੈ ਕੇ ਆਉਂਦੀ ਹੈ। ਈਡੀ ਦਾ ਸੰਮਨ ਕਰਦੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਨੂੰ ਵੀ ਸੰਮਨ ਕਰਦੀ ਹੈ ਤੇ ਫਰੀਦਾ ਤੇਰੀ ਝੋਪੜੀ ਗੱਲ ਕਟੀਨ ਕੇ ਪਾਸ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭੈ ਉਦਾਸ। ਉਧਰ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਉਹਨਾਂ ਦੇ ਵੱਲੋਂ ਇਸੇ ਖੁਸ਼ੀ ਦੇ ਵਿੱਚ ਜਲਾਲਾਬਾਦ ਦੇ ਵਿੱਚ ਲੱਡੂ ਵੀ ਵੰਡੇ ਗਏ। ਮਾਹੌਲ ਜਿਹੜਾ ਹੈ ਜਲਾਲਾਬਾਦ ਦਾ ਉਹ ਬਿਲਕੁਲ 100% ਜਿਹੜਾ ਅਕਾਲੀ ਦਲ ਦੇ ਹੱਕ 'ਚ ਰਹੇਗਾ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ 3 ਵਾਰ ਇੱਥੋਂ MLA ਬਣੇ, 1 ਵਾਰ MP ਬਣੇ ਔਰ ਬਹੁਤ ਪਿਆਰ ਹੈ ਜਲਾਲਾਬਾਦ ਨੂੰ, ਉਹ ਆਪਦਾ ਘਰ ਸਮਝਦੇ ਆ। ਇਸ ਕਰਕੇ ਜਲਾਲਾਬਾਦ ਵਾਲੇ ਸਾਰੇ ਜਿਹੜੇ ਉਹ ਵੀ ਉਹਨਾਂ ਨੂੰ ਆਪਦਾ ਸਮਝਦੇ ਆ ਔਰ ਜਲਾਲਾਬਾਦ ਜਿਹੜਾ ਇੱਕ ਨਵਾਂ ਮੁੱਖ ਮੰਤਰੀ ਪੰਜਾਬ ਨੂੰ ਦੇਣ ਜਾ, ਇਹਦੇ 'ਚ ਕੋਈ ਲੁਕਾਉਣ ਵਾਲੀ ਵੀ ਗੱਲ ਨਹੀਂ। ਇਦੋਂ ਪਹਿਲਾਂ ਕਿੰਨਾ ਚਿਰ ਕਾਂਗਰਸ ਦੀ ਸਰਕਾਰ ਰਹੀ, ਕਿੰਨੇ MLA ਆਏ, ਕਿੰਨੇ ਮੰਤਰੀ ਰਹੇ, ਪਰ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਕਰਾ ਸਕੇ ਨੇ ਉਹ 50 ਸਾਲਾਂ 'ਚ ਪਹਿਲਾਂ ਨਹੀਂ ਹੋ ਸਕਿਆ। ਨਹੀਂ, ਤੁਹਾਡਾ ਮਤਲਬ ਇਹ ਕਹਿੰਦਾ ਵੀ ਕਾਂਗਰਸ ਨੇ ਕੁਝ ਵੀ ਨਹੀਂ ਕੀਤਾ? ਬਿਲਕੁਲ ਜੀ, ਕੁਝ ਨਹੀਂ ਕੀਤਾ ਕਾਂਗਰਸ ਨੇ, ਸਾਹਮਣੇ ਹੀ ਹੈ, ਸਾਰਿਆਂ ਦੇ ਸਾਹਮਣੇ। ਗੁਰੂ ਜੀ, ਕੀ ਲੱਗਦਾ ਤੁਹਾਨੂੰ ਯੂਥ ਅਕਾਲੀ ਦਲ ਦੀ ਕੀ ਭੂਮਿਕਾ ਰਹੇਗੀ ਸਾਰੇ ਇਲੈਕਸ਼ਨ ਦੇ ਵਿੱਚ? ਯੂਥ ਅਕਾਲੀ ਦਲ ਦੀ ਭੂਮਿਕਾ ਹੀ ਹੈ ਜੀ, ਆ ਸਾਰੀ ਆ ਜਿੰਨਾ ਜ਼ੋਰ ਲੱਗਿਆ ਆਪਣਾ, ਜਿੰਨੀ ਆ ਸੰਗਤ ਸਾਰੀ ਅੱਜ ਵਾਲੀ ਰੈਲੀ ਦੇ ਵਿੱਚ ਇਕੱਠੀ ਹੋਈ ਆ, ਇਹ ਸਾਰਾ ਯੂਥ ਦਾ ਯੋਗਦਾਨ ਹੈ। ਪਿੰਡ ਪਿੰਡ ਜਾ ਕੇ, ਘਰ ਘਰ ਜਾ ਕੇ ਸਾਰਿਆਂ ਨੇ ਲੋਕਾਂ ਨੂੰ ਲਾਮਬੰਦ ਕੀਤਾ ਤੇ ਆ ਵੇਖ ਲਿਆ ਹੁਣ ਅੱਜ ਤੁਸੀਂ ਜਿਹੜਾ ਅੱਜ 20,000 ਦੀ ਗਿਣਤੀ ਦੇ ਵਿੱਚ ਜਿਹੜਾ ਇੰਨਾ ਇਕੱਠ ਹੋਇਆ, ਇਹ ਸਾਰਾ ਯੂਥ ਦਾ ਆਪਣਾ ਯੋਗਦਾਨ ਹੀ ਆ ਸਾਰਾ। ਪੂਰੇ ਮੁਲਕ ਦੇ ਵਿੱਚ ਲਗਾਤਾਰ ਬੈਂਕਿੰਗ ਸੈਕਟਰ ਨੂੰ ਪ੍ਰਾਈਵੇਟ ਕਰਨ ਦੇ ਚੱਲਦਿਆਂ ਨਾਰਾਜ਼ਗੀ ਬੈਂਕ ਦੇ ਮੁਲਾਜ਼ਮਾਂ ਦੇ ਵੱਲੋਂ ਜਤਾਈ ਜਾ ਰਹੀ ਹੈ। ਬੈਂਕ ਮੁਲਾਜ਼ਮਾਂ ਨੇ ਇਸ ਨਾਰਾਜ਼ਗੀ ਦੇ ਚੱਲਦਿਆਂ 2 ਦਿਨਾਂ ਹੜਤਾਲ ਦਾ ਐਲਾਨ ਕੀਤਾ ਸੀ, ਜਿਸ ਹੜਤਾਲ ਦੇ ਦਰਮਿਆਨ
ਉਹਨਾਂ ਨੇ ਨਾਅਰੇਬਾਜ਼ੀ ਵੀ ਕੀਤੀ ਅਤੇ बैंकों की हड़ताल के दरमियान आम लोगों को भी काफ़ी मुश्किलों का सामना करना पिया। आज की जो ये हड़ताल की जा रही है 2 दिनों के लिए, इस हड़ताल को करने के लिए बैंक के कर्मचारी और अधिकारी है वो बाध्य हो चुके हैं, क्योंकि सरकार ने जो बजट के अंदर अनाउंसमेंट किया कि हम 2 पब्लिक सेक्टर बैंक्स को बेचना चाहते हैं, वो हमारे तरीके से, हमारी सोच के हिसाब से किसी भी तरह इस देश के अंदर, इस देश के हित में या देश के नागरिकों के हित में नहीं है। बैंकों के अंदर लाखों करोड़ रुपया अगर पब्लिक का डिपॉजिट पड़ा है, कल को अगर ये बैंकों को प्राइवेट सेक्टर बैंक में कन्वर्ट कर दिया गया तो जो हम कोऑपरेटिव बैंकों का हालत देख रहे हैं, महाराष्ट्र पंजाब कोऑपरेटिव बैंक का हुआ, यस बैंक के अंदर हुआ, पब्लिक के अंदर जो उनका पैसा है उसका क्या होगा। आज जितने भी बड़े घराने हैं ये उनको बेच देंगे तो वो बड़े घराने अपने ही नाम पे सारे लोन लेके पब्लिक का सारा पैसा हड़प कर जाएंगे। तो हमारा ये कहना है कि ये पब्लिक सेक्टर का जो करैक्टर है, इसी की वजह से देश की उन्नति हुई है। 50 साल में अगर हम देखें, आज भी अगर पब्लिक सेक्टर बैंक्स नहीं होंगे तो देश के अंदर जो लेह लद्दाख, द्रास, कारगिल या हम नॉर्थ ईस्ट के अंदर जाएं तो जहाँ जहाँ जाके पब्लिक सेक्टर बैंक ने अपनी ब्रांचें खोली हैं तो वहाँ पे प्राइवेट सेक्टर जाके बैंक नहीं खोलेगा, क्योंकि वो वाइबल नहीं है। तो किसी तरीके से फाइनेंशियल इंक्लूजन चाहिए, लोगों की सेफ्टी चाहिए, पैसे की सेफ्टी चाहिए, तो सिर्फ पब्लिक सेक्टर बैंक ही उस बात को प्रोटेक्ट कर सकते हैं। मैं तो सीधा यहीं पे आई हूँ, मैं रास्ते में कहीं रुकी नहीं, उन्होंने नोटिस दिया था कि आज आपको मिलना है यहाँ पे आके, लास्ट तारीख है, तो आके पता लगा कि बैंक 2 दिन के लिए बंद है। तो आपको हरासमेंट होना पड़ रहा है? तो परेशान तो हो ही रही है, वापस जाना पड़ेगा 2 दिन के लिए। बहुत ज़रूरी काम था हमें, मगर हम परेशान हैं बहुत। हमारे पापा का काम था बहुत ज़रूरी, हम बाहर से आए हैं बैंक का काम कराने, मगर यहाँ 2 दिन की हड़ताल है। कहाँ से आए हैं आप? हम लुधियाना से आए हैं। हम बैंक के काम से आए थे और बहुत परेशान है, यहाँ पर हड़ताल चल रही है, हमको पता भी नहीं था और बहुत परेशान है। 2 दिन बैंक बंद है। मैं चेक डालने के लिए आया था, ये कोई ज़रूरी काम था? बहुत ज़रूरी चेक था ये। तो कितने परेशान हो रहे हैं? बहुत परेशान हो रहे हैं ये, बैंक में घूम घूम के थक गए, 3-4 बैंकों में होके आया, बहुत परेशान हो रहा है। पंजाब इस वेले दे विच फिलहाल दी इन्ना ही, फिर हाजिर हुन्ने आ नवीं ते ताज़ा अपडेट्स दे नाल। तद तक ਲਈ ਮੈਨੂੰ ਦਿਓ इजाजत, बहुत बहुत धन्यवाद।